ਹੈਲੋ एवरीवन। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਨੂਮੈਰੀਕਲ ਮੈਥਡ ਪੇਪਰ ਦੇ ਵਿੱਚ ਸ਼ਾਰਟ ਇੰਪੋਰਟੈਂਟ ਕੁਐਸਚਨ ਡਿਸਕਸ ਕਰਾਂਗੇ ਜੋ ਕਿ ਪ੍ਰੀਵੀਅਸ ਈਅਰ ਕੁਐਸਚਨ ਪੇਪਰਸ ਦੇ ਵਿੱਚ ਆਏ ਹੋਏ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ। ਸਭ ਤੋਂ ਪਹਿਲਾਂ ਅਸੀਂ ਮਈ 2019 ਦਾ ਪੇਪਰ ਆ ਵਿੱਚ ਡਿਸਕਸ ਕਰਾਂਗੇ। ਮੈਂ ਮੰਨਦੀ ਹਾਂ ਕਿ ਥੋੜ੍ਹਾ ਜਿਹਾ ਸਿਲੇਬਸ ਸਾਡਾ ਇਸ ਦੇ ਵਿੱਚ ਚੇਂਜ ਹੋਇਆ, ਬਟ ਜਿਹੜੇ ਮੇਨ ਚੈਪਟਰ ਨੇ ਜਿਵੇਂ ਕਿ ਇੰਟਰਪੋਲੇਸ਼ਨ ਹੋ ਗਿਆ, ਸਾਡੇ ਕੋਲ ਆਈਟਰੇਟਿਵ ਮੈਥਡਸ ਦੇ ਨਾਲ ਰਿਲੇਟਡ ਹੋ ਗਿਆ, ਇਹ 3 ਚੈਪਟਰਸ ਨੇ ਜਿਹੜੇ ਉਹ ਪ੍ਰੀਵੀਅਸ ਹੀ ਨੇ, ਇਸ ਲਈ ਇਹਨਾਂ ਦੇ ਵਿੱਚ ਜਿਹੜੇ ਸ਼ਾਰਟ ਕੁਐਸਚਨਸ ਨੇ ਉਹ ਉਸੇ ਪੈਟਰਨ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਸਕਦੇ ਆ। ਅਸੀਂ 2019 ਦਾ ਮਈ ਦਾ ਪੇਪਰ ਜਿਹੜਾ ਉਹ ਡਿਸਕਸ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾ ਸ਼ਾਰਟ ਕੁਐਸਚਨ ਸੀਗਾ ਵਿੱਚ ਰਾਈਟ ਅ ਸ਼ਾਰਟ ਨੋਟ ਔਨ ਅ ਸੀਕੈਂਡ ਮੈਥਡ। ਸੀਕੈਂਡ ਮੈਥਡ 'ਤੇ ਇੱਕ ਸ਼ਾਰਟ ਨੋਟ ਲਿਖਣਾ। ਦੇਖੋ ਸੀਕੈਂਡ ਮੈਥਡ ਦੀ ਥਾਂ 'ਤੇ ਹੁਣ ਤੁਹਾਨੂੰ ਕੋਈ ਵੀ ਮੈਥਡ ਆ ਸਕਦਾ, ਰੈਗੂਲਰ ਫਾਲਸੀ ਮੈਥਡ ਵੀ ਆ ਸਕਦਾ, ਨਿਊਟਨ ਰੈਪਸਨ ਮੈਥਡ ਵੀ ਆ ਸਕਦਾ, ਜਾਂ ਫਿਰ ਸਾਡੇ ਕੋਲ ਬਾਈਜੈਕਸ਼ਨ ਮੈਥਡ ਆ। ਜੋ ਵੀ ਮੈਥਡ ਅਸੀਂ ਕਰ ਰਹੇ ਹਾਂ, ਪਾਵਰ ਮੈਥਡ ਹੋ ਗਿਆ, ਬੱਚੇ ਜਿਹੜੇ ਵੀ ਮੈਥਡ ਅਸੀਂ ਇਹਦੇ ਵਿੱਚ ਪੜ੍ਹੇ ਨੇ ਉਹਨਾਂ ਦੇ ਉੱਤੇ ਸ਼ਾਰਟ ਨੋਟ ਲਿਖਣ ਲਈ ਆ ਸਕਦਾ। ਤਾਂ ਤੁਸੀਂ ਹੁਣ ਸਿੰਪਲੀ ਕੀ ਕਰੋਗੇ ਕਿ ਅਸੀਂ ਸਿੱਧਾ ਫਾਰਮੂਲਾ ਲਿਖ ਆਵਾਂਗੇ? ਨਹੀਂ, ਫਿਰ ਉਹਦੇ ਇੰਨੇ ਮਾਰਕਸ ਨਹੀਂ ਮਿਲਣੇ। ਵਿੱਚ 2 ਮਾਰਕਸ ਦਾ ਕੁਐਸਚਨ ਆ, ਸਾਨੂੰ ਇਹ ਦੱਸਣਾ ਪਏਗਾ ਕਿ ਸੀਕੈਂਡ ਮੈਥਡ ਜਾਂ ਜਿਹੜਾ ਵੀ ਮੈਥਡ ਅਸੀਂ ਕਰ ਰਹੇ ਹਾਂ ਉਹ ਹੁੰਦਾ ਕੀ ਆ। ਜਿਵੇਂ ਸੀਕੈਂਡ ਮੈਥਡ ਇਨ ਨੂਮੈਰੀਕਲ ਐਨਾਲਿਸਿਸ ਜਾਂ ਨੂਮੈਰੀਕਲ ਮੈਥਡ, ਦੀ ਸੀਕੈਂਡ ਮੈਥਡ ਇਜ਼ ਰੂਟ ਫਾਈਂਡਿੰਗ ਐਲਗੋਰਿਦਮ ਦੈਟ ਯੂਜ਼ ਦਾ ਸਕਸੈਸ਼ਨ ਆਫ ਅ ਰੂਟ ਆਫ ਅ ਸੀਕੈਂਡ ਲਾਈਨ। ਕਹਿੰਦੇ ਦੇਖੋ ਜਿਹੜਾ ਸੀਕੈਂਡ ਮੈਥਡ ਹੁੰਦਾ ਉਹ ਸਾਡੇ ਕੋਲ ਕੀ ਹੈ, ਇੱਕ ਐਲਗੋਰਿਦਮ ਆ ਰੂਟਸ ਨੂੰ ਫਾਈਂਡ ਕਰਨ ਦੀ। ਵਿੱਚ ਐਲਗੋਰਿਦਮ ਕੀ ਹੁੰਦਾ, ਜਿਹੜੀ ਸਟੈਪ ਬਾਏ ਸਟੈਪ ਪ੍ਰੋਸੀਜਰ ਚੱਲ ਰਿਹਾ ਉਹ ਸਾਰੇ ਨੂੰ ਲਿਖਣਾ। ਇੱਕ ਕਿਸੇ ਕੰਮ ਨੂੰ ਪੂਰਾ ਕਰਨ ਦੇ ਲਈ ਜੋ ਅਸੀਂ ਇੱਕ ਸਟੈਪ ਬਾਏ ਸਟੈਪ ਪ੍ਰੋਸੀਜਰ ਬਣਾਉਂਦੇ ਉਹ ਸਾਡੀ ਐਲਗੋਰਿਦਮ ਆ। ਕਹਿੰਦੇ ਸੀਕੈਂਡ ਮੈਥਡ ਵੀ ਕੀ ਹੁੰਦੀ ਹੈ, ਇੱਕ ਐਲਗੋਰਿਦਮ ਹੁੰਦੀ ਹੈ ਜੋ ਕਿ ਰੂਟ ਫਾਈਂਡ ਕਰਨ ਦੇ ਲਈ ਕੀਤੀ ਜਾਂਦੀ ਹੈ, ਅਤੇ ਇਹਦੇ ਵਿੱਚ ਅਸੀਂ ਅੱਗੇ ਅੱਗੇ ਵੱਧਦੇ ਜਾਂਦੇ ਹਾਂ ਸੀਕੈਂਡ ਲਾਈਨ ਦੇ ਥਰੂ। ਕਹਿੰਦੇ ਫॉर ਟੂ ਬੈਟਰ ਅਪਰੋਕਸੀਮੇਟ ਕਾਹਤੇ ਵੱਧਦੇ ਜਾਂਦੇ ਹਾਂ ਅੱਗੇ, ਕਹਿੰਦੇ ਅੱਗੇ ਅੱਗੇ ਮੂਵ ਕਰਦੇ ਜਾਂਦੇ ਹਾਂ ਤਾਂ ਜੋ ਸਾਨੂੰ ਜਿਹੜੀ ਐਫ ਆ ਜੋ ਫੰਕਸ਼ਨ ਆ ਉਹਦਾ ਬੈਟਰ ਰੂਟ ਹੈ ਜਿਹੜਾ ਉਹ ਮਿਲ ਸਕੇ। ਸੀਕੈਂਡ ਮੈਥਡ ਇਜ਼ ਸਿਮਿਲਰ ਟੂ ਦਾ ਰੈਗੂਲਰ ਫਾਲਸੀ ਮੈਥਡ। ਦੇਖੋ ਤੁਸੀਂ ਜਦੋਂ ਇਹ ਕੀਤਾ ਹੋਏਗਾ ਤਾਂ ਅਸੀਂ ਇਹ ਮੈਥਡ ਦੇ ਵਿੱਚ ਸਿਮਿਲੈਰਿਟੀ ਦੇਖੀ ਹੋਏਗੀ, ਜਿਵੇਂ ਰੈਗੂਲਰ ਫਾਲਸੀ ਮੈਥਡ ਹੁੰਦਾ ਉਸੇ ਤਰ੍ਹਾਂ ਅਸੀਂ ਸੀਕੈਂਡ ਮੈਥਡ ਆ ਜਿਹੜਾ ਉਹ ਅਪਲਾਈ ਕਰਦੇ ਹਾਂ। ਉਸ ਤੋਂ ਬਾਅਦ ਵਿੱਚ ਇਹਦਾ ਅਸੀਂ ਫਾਰਮੂਲਾ ਲਿਖ ਦਾਂਗੇ, ਜਨਰਲ ਫਾਰਮੂਲਾ। ਕਹਿੰਦੇ ਫॉर ਫਾਈਂਡਿੰਗ ਅ ਜ਼ੀਰੋ ਆਫ ਅ ਫੰਕਸ਼ਨ, ਕਹਿੰਦੇ ਜਿਹੜੇ ਫੰਕਸ਼ਨ ਦੇ ਵਿੱਚ ਅਸੀਂ ਰੂਟ ਫਾਈਂਡ ਕਰਨੇ ਹੁੰਦੇ ਆ ਸੀਕੈਂਡ ਮੈਥਡ ਦੇ ਥਰੂ, ਉਹਦੇ ਵਿੱਚ ਅਸੀਂ ਜਨਰਲ ਇਕੁਏਸ਼ਨ ਵਰਤਦੇ ਹਾਂ xk + 1 ਇਜ਼ ਇਕੁਅਲ ਟੂ xk - 1 fxk - xk fxk - 1 upon fxk - fxk - 1। ਦੇਖੋ ਇਹਦੀ ਥਾਂ 'ਤੇ ਸਮ ਇਹ ਵੀ ਲਿਖ ਸਕਦੇ ਹਾਂ ਅਸੀਂ, f of x ਇਜ਼ ਇਕੁਅਲ ਟੂ a f of b ਮਾਈਨਸ b f of a upon f of b ਮਾਈਨਸ f of a। ਤੁਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ। ਬਸ ਫਿਰ ਨੀਚੇ ਲਿਖ ਦੋਗੇ ਕਿ a and b ਆਰ ਦੀ 2 ਪ੍ਰੀਵੀਅਸ ਸੀਕੈਂਡ ਰੂਟ ਜਾਂ ਅਪਰੋਕਸੀਮੇਸ਼ਨ ਰੂਟਸ ਆਫ ਇੱਕ ਫੰਕਸ਼ਨ। ਕਹਿੰਦੇ ਜਿਹੜੇ ਇੱਥੇ ਆਪਣੇ ਕੋਲ ਜਿਵੇਂ ਹੁਣ xk - 1 xk ਹੋ ਗਏ, ਸਾਡੇ ਪ੍ਰੀਵੀਅਸ ਰੂਟਸ ਨੇ ਨਾ, ਅਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਸੋ ਹਰੇਕ ਆਈਟੀਰੇਸ਼ਨ ਦੇ ਵਿੱਚ ਨੇ ਜਿਹੜੇ a ਅਤੇ b ਦੀ ਵੈਲਿਊ ਚੇਂਜ ਹੁੰਦੀ ਰਹਿੰਦੀ ਆ, ਇਸ ਲਈ ਅਸੀਂ ਇਹਦੀ ਜਨਰਲ ਇਕੁਏਸ਼ਨ ਇਸ ਤਰ੍ਹਾਂ ਰਿਪਰਜੈਂਟ ਕਰ ਦਿੰਦੇ ਹਾਂ। ਹੁਣ ਦੇਖੋ ਬੱਚੇ ਤੁਹਾਡੇ ਇਹ ਸੀਗਾ ਸ਼ਾਰਟ ਕੁਐਸਚਨ ਜੋ ਆਇਆ ਹੋਇਆ। ਹੁਣ ਇਹਦੇ ਨਾਲ ਦੇ ਸ਼ਾਰਟ ਕੁਐਸਚਨ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਕਿਸੇ ਵੀ ਮੈਥਡ ਦੇ ਬਾਰੇ ਉਹ ਪੁੱਛ ਸਕਦਾ। ਇੱਕ ਇੰਪੋਰਟੈਂਟ ਕੁਐਸਚਨ ਸਾਡੇ ਕੋਲ ਬਣਦਾ ਰੈਗੂਲਰ ਫਾਲਸੀ ਅਤੇ ਸੀਕੈਂਡ ਮੈਥਡ ਦੇ ਵਿੱਚ ਡਿਫਰੈਂਸ ਕੀ ਆ, ਕਿਉਂਕਿ ਬੱਚੇ ਜੇਕਰ ਇਹ ਸਿਮਿਲਰ ਮੈਥਡ ਨੇ ਫਿਰ 2 ਮੈਥਡ ਬਣਾਉਣ ਦੀ ਕੀ ਲੋੜ ਪਈ ਸੀ ਜਦੋਂ ਇਹਨਾਂ ਦੇ ਵਿੱਚ ਜਿਹੜੀ ਸੇਮ ਹੀ ਫਾਰਮੂਲਾ ਯੂਜ਼ ਹੁੰਦਾ। ਸੋ ਇੱਕ ਕੀ ਪੁਆਇੰਟ ਤੁਸੀਂ ਨੇ ਯਾਦ ਰੱਖਣਾ, ਕਹਿੰਦੇ ਰੈਗੂਲਰ ਫਾਲਸੀ ਮੈਥਡ ਦੇ ਵਿੱਚ ਬਾਈਸੈਕਸ਼ਨ ਦੀ ਤਰ੍ਹਾਂ ਅਪਰੋਚ ਯੂਜ਼ ਕੀਤੀ ਜਾਂਦੀ ਹੈ। ਬਾਈਸੈਕਸ਼ਨ ਦਾ ਮਤਲਬ ਕਿਵੇਂ, ਕਹਿੰਦੇ ਇੱਕ ਪੁਆਇੰਟ 'ਤੇ ਵੈਲਿਊ ਫੰਕਸ਼ਨ ਦੀ ਨੈਗੇਟਿਵ ਆਉਣੀ ਚਾਹੀਦੀ ਹੈ ਅਤੇ ਦੂਸਰੇ ਪੁਆਇੰਟ ਦੀ ਵੈਲਿਊ ਫੰਕਸ਼ਨ ਦੀ ਪੋਜ਼ੀਟਿਵ ਆਉਣੀ ਚਾਹੀਦੀ ਹੈ। ਦੈਨ ਅਗਲੀ ਅਪਰੋਕਸੀਮੇਸ਼ਨ ਦੇ ਲਈ ਇਸ ਇੰਟਰਵਲ ਦੇ ਵਿੱਚੋਂ ਅਸੀਂ ਕੋਈ ਵੈਲਿਊ ਚੱਕਦੇ ਹਾਂ। ਬਟ ਸੀਕੈਂਡ ਮੈਥਡ ਕੀ ਕਹਿੰਦਾ, ਕਹਿੰਦੇ ਸੀਕੈਂਡ ਮੈਥਡ ਦੇ ਵਿੱਚ ਜਿਵੇਂ ਹੁਣ ਪਹਿਲੀ ਆਈਟੀਰੇਸ਼ਨ ਦੇ ਲਈ ਵਿੱਚ a ਅਤੇ b ਵੈਲਿਊ ਸੀਗੀ, ਅਸੀਂ ਇਹਨੂੰ ਸੋਲਵ ਕਰਕੇ x0 ਕੱਢ ਲਿਆ, ਤਾਂ ਅਗਲੀ ਆਈਟੀਰੇਸ਼ਨ ਦੇ ਵਿੱਚ ਆ b ਐਜ਼ ਇਟ ਇਜ਼ ਰਹੂਗਾ, ਚਾਹੇ ਇਹਦੇ ਉੱਤੇ ਨੈਗੇਟਿਵ ਵੈਲਿਊ ਸੀ ਚਾਹੇ ਪੋਜ਼ੀਟਿਵ, ਅਤੇ ਇਹਦੇ ਨਾਲ ਅਸੀਂ x0 ਲੈ ਲਾਂਗੇ। ਮੰਨ ਲਓ ਇਹਨਾਂ ਦੋਹਾਂ ਨੂੰ ਸੋਲਵ ਕਰਨ ਤੋਂ ਬਾਅਦ ਸਾਨੂੰ x1 ਮਿਲਿਆ, ਫਿਰ ਅਗਲੀ ਆਈਟੀਰੇਸ਼ਨ ਦੇ ਵਿੱਚ x0 ਉਰੇ ਆ ਜਾਊਗਾ, x1 ਉਰੇ ਆ ਜਾਊਗਾ, ਇਹਨਾਂ ਦੋਹਾਂ ਨੂੰ। ਸੋ ਇਹਦੇ ਵਿੱਚ ਜਿਹੜਾ ਪਿਛਲਾ ਪੁਆਇੰਟ ਆ ਉਹ ਹਮੇਸ਼ਾ ਹੀ ਅਗਲੀ ਆਈਟੀਰੇਸ਼ਨ ਦੇ ਵਿੱਚ ਯੂਜ਼ ਹੋਏਗਾ, ਚਾਹੇ ਉੱਤੇ ਨੈਗੇਟਿਵ ਵੈਲਿਊ ਮਿਲਦੀ ਸੀ ਚਾਹੇ ਸਾਨੂੰ ਪੋਜ਼ੀਟਿਵ। ਬਟ ਜਿਹੜਾ ਰੈਗੂਲਰ ਫਾਲਸੀ ਉਹਦੇ ਵਿੱਚ ਅਸੀਂ ਬਾਈਜੈਕਸ਼ਨ ਮੈਥਡ ਦੀ ਅਪਰੋਚ ਵਰਤਦੇ ਹਾਂ, ਮਤਲਬ ਕਿ ਇੱਕ ਪੁਆਇੰਟ 'ਤੇ ਵੈਲਿਊ ਨੈਗੇਟਿਵ ਹੋਣੀ ਚਾਹੀਦੀ ਹੈ, ਦੂਸਰੇ ਪੁਆਇੰਟ 'ਤੇ ਪੋਜ਼ੀਟਿਵ, ਫਿਰ ਉਸ ਇੰਟਰਵਲ ਦੇ ਵਿੱਚ ਸਾਡਾ ਰੂਟ ਹੈ ਜਿਹੜਾ ਉਹ ਐਗਜ਼ਿਸਟ ਕਰਦਾ। ਅੱਗੇ ਵਿੱਚ ਸੈਕਿੰਡ ਜਿਹੜਾ ਕੁਐਸਚਨ ਸੀਗਾ ਉਹ ਸੀਗਾ ਐਕਸਪਲੇਨ ਟ੍ਰੈਂਗੂਲਾਈਜੇਸ਼ਨ ਮੈਥਡ। ਟ੍ਰੈਂਗੂਲਾਈਜੇਸ਼ਨ ਮੈਥਡ ਕਹਿ ਲਓ ਜਾਂ ਸਾਡੇ ਕੋਲ ਫੈਕਟਰਾਈਜੇਸ਼ਨ ਮੈਥਡ ਕਹਿ ਲਓ ਜਾਂ ਫਿਰ ਬੱਚੇ ਡੀਕੰਪੋਜੀਸ਼ਨ ਮੈਥਡ ਕਹਿ ਲਓ ਜਾਂ ਫਿਰ ਲੋਅਰ ਐਂਡ ਅੱਪਰ ਟ੍ਰੈਂਗੂਲਰ ਮੈਥਡ ਕਹਿ ਲਓ, ਇਨ ਸਾਰੇ ਸੇਮ ਹੀ ਨੇਮ ਦੇ ਨਾਲ ਟ੍ਰੈਂਗੂਲਾਈਜੇਸ਼ਨ ਮੈਥਡ ਵੀ ਕਿਹਾ ਜਾਂਦਾ, ਡੀਕੰਪੋਜੀਸ਼ਨ ਮੈਥਡ ਵੀ ਕਿਹਾ ਜਾਂਦਾ ਅਤੇ ਫੈਕਟਰਾਈਜੇਸ਼ਨ ਮੈਥਡ ਵੀ, ਜਾਂ ਫਿਰ LU ਮੈਥਡ ਵੀ, ਲੋਅਰ ਅੱਪਰ ਟ੍ਰੈਂਗੂਲਰ ਮੈਥਡ ਵੀ ਕਿਹਾ ਜਾਂਦਾ ਹੈ। ਕਹਿੰਦੇ ਇਟ ਇਜ਼ ਅ ਟਾਈਪ ਆਫ ਅ ਡਾਇਰੈਕਟ ਮੈਥਡ। ਇਹ ਇੱਕ ਡਾਇਰੈਕਟ ਮੈਥਡ ਆ ਕਿਸੇ ਵੀ ਲੀਨੀਅਰ ਸੈਮਲਟੇਨੀਅਸ ਇਕੁਏਸ਼ਨ ਨੂੰ ਸੋਲਵ ਕਰਨ ਦੇ ਲਈ, ਕਿਸੇ ਵੀ ਲੀਨੀਅਰ ਇਕੁਏਸ਼ਨ ਨੂੰ ਸੋਲਵ
करना ਉਹਦੇ ਲਈ ਅਸੀਂ ਟ੍ਰੈਂਗੂਲਾਈਜੇਸ਼ਨ ਦਾ ਮੈਥਡ ਦਾ ਯੂਜ਼ ਕਰ ਸਕਦੇ ਹਾਂ ਅਤੇ ਇਹਦੇ ਨਾਲ ਕਿਸੇ ਵੀ ਮੈਟ੍ਰਿਕਸ ਦਾ ਅਸੀਂ ਇਨਵਰਸ ਵੀ ਫਾਈਂਡ ਕਰ ਸਕਦੇ ਹਾਂ। ਸੋ ਬੱਚੇ ਇਹਦਾ ਬੈਨੀਫਿਟ ਕੀ ਹੋਇਆ, ਕਹਿੰਦੇ ਅਸੀਂ ਕਿਸੇ ਮੈਟ੍ਰਿਕਸ ਦਾ ਜੇ ਇਨਵਰਸ ਫਾਈਂਡ ਕਰਨਾ ਤਾਂ ਉਹ ਵੀ ਇਹਦੇ ਥਰੂ ਕਰ ਸਕਦੇ ਹਾਂ। ਫਿਰ ਉਸ ਤੋਂ ਬਾਅਦ ਅਸੀਂ ਮੈਥਡ ਲਿਖ ਦੇਣਾ ਬੱਚੇ। ਕਹਿੰਦੇ ਜਿਹੜਾ ਮੈਥਡ ਆ ਇਹ ਮੈਥਡ ਕਿਸ ਅਪਰੋਚ 'ਤੇ ਡਿਪੈਂਡ ਆ, ਕਿਹੜੀ ਇਹਦੇ ਵਿੱਚ ਪ੍ਰੋਸੀਜਰ ਵਰਤਿਆ ਜਾਂਦਾ। ਕਹਿੰਦੇ ਇਹ ਜਿਹੜਾ ਕੰਸੈਪਟ ਹੈ ਇਹਦੇ ਬਿਹਾਇੰਡ ਕੀ ਆ, ਕਹਿੰਦੇ ਜੋ ਵੀ ਅਸੀਂ ਇਕੁਏਸ਼ਨਸ ਨੇ, ਜੋ ਵੀ ਇਕੁਏਸ਼ਨ ਸਾਨੂੰ ਦਿੱਤੀਆਂ ਹੋਈਆਂ ਨੇ ਉਹ ਤੋਂ ਅਸੀਂ ਇੱਕ ਮੈਟ੍ਰਿਕਸ ਫਾਰਮ ਕਰ ਸਕਦੇ ਹਾਂ ਅਤੇ ਉਸ ਮੈਟ੍ਰਿਕਸ ਨੂੰ ਅਸੀਂ ਲੋਅਰ ਮੈਟ੍ਰਿਕਸ ਅਤੇ ਅਪਰ ਮੈਟ੍ਰਿਕਸ ਦੀ ਪ੍ਰੋਡਕਟ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਕਹਿੰਦੇ ਐਨੀ ਮੈਟ੍ਰਿਕਸ A ਕੈਨ ਬੀ ਐਕਸਪ੍ਰੈਸ ਇਨ ਦਾ ਪ੍ਰੋਡਕਟ ਆਫ ਅ ਲੋਅਰ ਟ੍ਰਾਇੰਗੂਲਰ L ਐਂਡ U। ਕਹਿੰਦੇ ਅਸੀਂ ਕਿਸੇ ਵੀ ਮੈਟ੍ਰਿਕਸ ਨੂੰ ਦੋ ਲੋਅਰ ਐਂਡ ਅਪਰ ਮੈਟ੍ਰਿਕਸ ਦੀ ਪ੍ਰੋਡਕਟ ਫਾਰਮ 'ਚ ਲਿਖ ਸਕਦੇ ਹਾਂ। ਅਤੇ ਅੱਗੇ ਵਿੱਚ ਲੋਅਰ ਮੈਟ੍ਰਿਕਸ ਕੀ ਹੁੰਦੀ ਆ, ਉਹ ਮੈਟ੍ਰਿਕਸ ਜਿਹਦੇ ਉੱਪਰ ਡਾਇਗਨਲ ਦੇ ਐਲੀਮੈਂਟਸ ਤੋਂ ਉੱਪਰ ਜ਼ੀਰੋਜ਼ ਦੇ ਨਾਲ ਇੱਕ ਟ੍ਰਾਇੰਗਲ ਬਣਦੀ ਹੋਵੇ। ਅਪਰ ਟ੍ਰਾਇੰਗੂਲਰ ਕਿਹਦੇ ਹੁੰਦੀ ਹੈ, ਜੋ ਡਾਇਗਨਲ ਤੋਂ ਨੀਚੇ ਇੱਕ ਟ੍ਰਾਇੰਗਲ ਸਾਡੇ ਕੋਲ ਬਣਦੀ ਹੋਵੇ। ਫਿਰ ਅਸੀਂ ਦੱਸ ਦੇਣਾ ਕਿ ਲੋਅਰ ਅਪਰ ਟ੍ਰਾਇੰਗੂਲਰ ਇਸ ਫਾਰਮ ਦੀਆਂ ਨੇ। ਉਸ ਤੋਂ ਬਾਅਦ ਵਿੱਚ ਕਰਾਊਟਸ ਮੈਥਡ, ਜੇ ਬਾਈ ਚਾਂਸ ਇਹਦੀ ਥਾਂ 'ਤੇ ਕਰਾਊਟਸ ਹੈਗਾ ਉਹਦੇ ਵਿੱਚ ਵੀ ਲਿਖਾਂਗੇ ਸੇਮ ਕਿ ਹਰੇਕ ਨੂੰ ਐਕਸਪ੍ਰੈਸ ਕਰ ਸਕਦੇ ਆ। ਇਹ ਵੀ ਇੱਕ ਸਾਡੇ ਕੋਲ ਇਨਵਰਸ ਵੀ ਫਾਈਨ, ਬਟ ਇਹਦਾ ਮੇਨ ਕੀ ਹੈ, ਕਹਿੰਦੇ ਜਿਹੜੀ ਤੁਸੀਂ ਅਪਰ ਟ੍ਰਾਇੰਗੂਲਰ ਮੈਟ੍ਰਿਕਸ ਲਿਖੋਗੇ ਉਹਦੇ ਡਾਇਗਨਲ ਕੀ ਹੋਣੇ ਚਾਹੀਦੇ ਨੇ, ਯੂਨਿਟ ਐਲੀਮੈਂਟ ਹੋਣੇ ਚਾਹੀਦੇ ਨੇ। ਉਹ ਕੀ ਹੋ ਜਾਂਦਾ, ਫਿਰ ਕਰਾਊਟਸ ਮੈਥਡ ਹੋ ਜਾਂਦਾ। ਅੱਗੇ ਬੱਚੇ ਥਰਡ ਇਕੁਏਸ਼ਨ ਜੋ ਆਇਆ ਸੀਗਾ ਉਹ ਸੀਗਾ ਪਾਰਸ਼ੀਅਲ ਪਾਈਵਟਿੰਗ। ਦੇਖੋ ਹੁਣ ਪਾਰਸ਼ੀਅਲ ਪਾਈਵਟਿੰਗ ਬੱਚੇ ਇੰਪੋਰਟੈਂਟ, ਬਹੁਤ ਇੰਪੋਰਟੈਂਟ ਕੁਐਸਚਨ ਆ। ਪਾਈਵਟਿੰਗ ਜਿਹੜੀ ਸਾਡੇ ਕੋਲ ਕੰਸੈਪਟ ਕੀ ਆ, ਜੇ ਸਾਨੂੰ ਇਹਦੀ ਡੈਫੀਨੇਸ਼ਨ, ਜੇ ਪਾਰਸ਼ੀਅਲ ਨਹੀਂ ਮਿਲੂਗਾ ਤਾਂ ਇਕੱਲਾ ਪਾਈਵਟਿੰਗ ਮਿਲ ਜਾਏਗਾ, ਜੇ ਇਹ ਨਹੀਂ ਮਿਲੂਗਾ ਫਿਰ ਕੰਪਲੀਟ ਪਾਈਵਟਿੰਗ ਮਿਲ ਜਾਏਗਾ। ਜੇ ਇਹ ਹੋ ਸਕਦਾ ਪਾਈਵਟਿੰਗ ਕੀ ਹੁੰਦੀ ਹੈ, ਇਹਨੇ ਦੋਨੋਂ ਟਾਈਪਸ ਨੂੰ ਡਿਫਾਈਨ ਕਰੋ। ਸੋ ਇੰਪੋਰਟੈਂਟ ਕੁਐਸਚਨ ਬਣਦਾ ਤੇ ਸ਼ਾਰਟ ਦੇ ਲਈ ਤੁਸੀਂ ਇਹ ਪੱਕਾ ਕਰਕੇ ਜਾਣਾ। ਸਭ ਦੇ ਕੋਲ ਕੀ ਹੈ, ਸਾਡੇ ਕੋਲ ਪਾਰਸ਼ੀਅਲ ਪਾਈਵਟਿੰਗ। ਬੱਚੇ ਕਹਿੰਦੇ ਪਾਰਸ਼ੀਅਲ ਪਾਈਵਟਿੰਗ ਇੱਕ ਟੈਕਨੀਕ ਹੁੰਦੀ ਆ ਜੋ ਕਿ ਰਾਊਂਡ ਆਫ ਐਰਰਸ ਨੂੰ ਰਿਡਿਊਸ ਕਰਨ ਦੇ ਲਈ ਕੀਤੀ ਜਾਂਦੀ ਹੈ। ਬੱਚੇ ਜਿਵੇਂ ਰਾਊਂਡ ਆਫ ਐਰਰ, ਇਹ ਕਹਿ ਲਓ ਕਿ ਜਿਹੜੇ ਮੈਥਡ ਅਸੀਂ ਕਰ ਰਹੇ ਹਾਂ ਉਹ ਆਈਟਰੇਸ਼ਨ ਮੈਥਡਸ ਨੇ। ਜਿਵੇਂ ਜਿਵੇਂ ਤੁਸੀਂ ਅੱਗੇ ਆਨਸਰ ਦੇ ਵੱਧਦੇ ਜਾਂਦੇ ਹੋ ਤਾਂ ਉਹਦੇ ਵਿੱਚ ਸਾਡੇ ਕੋਲ ਜਿਹੜੀਆਂ ਪੁਆਇੰਟਸ ਨੇ, ਮੰਨ ਲਓ ਤੁਹਾਡੇ ਕੋਲ ਬੱਚੇ 38.7 ਆਇਆ, ਤੁਸੀਂ ਇਹਨੂੰ ਕਟਿੰਗ ਕੀਤੀ ਤਾਂ ਅਸੀਂ ਮੋਸਟਲੀ ਰਾਊਂਡ ਆਫ ਫਿਗਰ ਲੈ ਲੈਂਦੇ ਹਾਂ 3 ਪੁਆਇੰਟ ਡੈਸੀਮਲ ਪੁਆਇੰਟ ਤੱਕ, 4 ਡੈਸੀਮਲ ਪੁਆਇੰਟ ਤੱਕ। ਤਾਂ ਪਿੱਛੇ ਜਿਹੜੇ ਅਸੀਂ ਉਹਨਾਂ ਨੂੰ ਅਸੀਂ ਇਗਨੋਰ ਕਰ ਰਹੇ ਹਾਂ, ਪੁਆਇੰਟਸ ਤੋਂ ਪਿਛਲੀਆਂ ਵੈਲਿਊਜ਼ ਨੂੰ ਜੋ ਅਸੀਂ ਇਗਨੋਰ ਕਰ ਰਹੇ ਉਹਦੇ ਨਾਲ ਕਿਤੇ ਨਾ ਕਿਤੇ ਸਾਡੇ ਆਨਸਰ 'ਚ ਜੋ ਐਰਰ ਆ ਰਹੀ ਹੋਏਗੀ, ਰਾਊਂਡ ਆਫ ਕਰਨ ਦੀ ਐਰਰ ਆ ਰਹੀ ਹੋਏਗੀ, ਉਹ ਐਰਰ ਨੂੰ ਰਿਡਿਊਸ ਕਰਨ ਦੇ ਲਈ ਸਿੰਪਲ ਜਿਹਾ ਕੰਸੈਪਟ ਮੈਂ ਸਮਝਾਉਂਦੀ ਹਾਂ। ਤੁਸੀਂ ਇਹਦੀ ਥਿਊਰੀ ਹੈ ਜਿਹੜੀ ਉਹ ਰੀਡ ਕਰ ਸਕਦੇ ਹੋ ਕਿ ਕਿਵੇਂ ਲਿਖਣੀ ਹੈ। ਬੱਚੇ ਪਾਰਸ਼ੀਅਲ ਪਾਈਵਟਿੰਗ ਕੀ ਹੁੰਦੀ ਆ, ਮੰਨ ਲਓ ਸਾਨੂੰ ਇੱਕ ਇਕੁਏਸ਼ਨ ਦੇਤੀਆਂ 3x + 1 2x2 + 5x1 and 5x1 + 3x2 + 6x3 and 1x1 + 5x2 + 6x3 = 0 ਬੱਚੇ ਇਸ ਤਿੰਨੋਂ ਇਕੁਏਸ਼ਨ =0 ਪਈਆਂ ਨੇ। ਸਾਨੂੰ ਕਿਹਾ ਕਿ ਇਹਨੂੰ ਸੋਲਵ ਕਰੋ ਵਿਦ ਪਾਰਸ਼ੀਅਲ ਪਾਈਵਟਿੰਗ। ਕਹਿੰਦੇ ਪਾਰਸ਼ੀਅਲ ਪਾਈਵਟਿੰਗ ਕੀ ਹੁੰਦੀ ਹੈ, ਜੋ ਵੀ ਸਾਡੇ ਕੋਲ ਦਿੱਤੀਆਂ ਹੋਈਆਂ ਨੇ ਸਟੇਟਮੈਂਟਸ, ਅਸੀਂ ਇਹਦੇ ਵਿੱਚੋਂ ਪਾਈਵਟ ਐਲੀਮੈਂਟ ਲੱਭਣਾ। ਪਾਈਵਟ ਐਲੀਮੈਂਟ ਵਿੱਚ ਜਿਹੜੇ ਦੇ ਨਾਲ ਅਸੀਂ ਇਹਦੇ ਨੀਚਲੀਆਂ ਦੋ ਰੋਜ਼ ਨੂੰ ਰਿਡਿਊਸ ਕਰਨਾ, ਜਿਹਦੇ ਵਿੱਚੋਂ ਇਹਦੇ ਨਾਲ ਯੂਜ਼ ਕਰਕੇ x1 x2 x1 ਨੂੰ ਅਸੀਂ ਰਿਮੂਵ ਕਰਨਾ। ਕਹਿੰਦੇ ਜਦੋਂ ਅਸੀਂ ਪਾਈਵਟ ਐਲੀਮੈਂਟ ਦੇਖਿਆ, ਚੂਜ਼ ਕੀਤਾ, ਦੇਖਣਾ ਕਿ ਜਿਹੜਾ ਪਾਈਵਟ ਐਲੀਮੈਂਟ ਆ ਕੀ ਉਸ ਕਾਲਮ ਦੇ ਵਿੱਚੋਂ ਸਭ ਤੋਂ ਹਾਈਐਸਟ ਐਲੀਮੈਂਟ ਆ, ਐਬਸਲੂਟ ਵੈਲਿਊ ਹੈਗੀ ਆ। ਦੇਖੋ ਇੱਥੇ 3 ਇੱਥੇ 5 ਇੱਥੇ 1 ਆ, ਇਹਦੇ ਵਿੱਚੋਂ ਹਾਈਐਸਟ ਵੈਲਿਊ ਕੀ ਸੀਗੀ ਸਾਡੇ ਕੋਲ 5 ਸੀ। ਤਾਂ ਇਹਨਾਂ ਨੇ ਕੀ ਕਿਹਾ, ਕਹਿੰਦੇ ਜਿਹੜੇ ਵੀ ਗ੍ਰੇਟੈਸਟ ਵੈਲਿਊ ਵਾਲਾ ਹੋਇਆ ਕਰੇਗਾ, ਜੋ ਤੁਹਾਨੂੰ ਲੱਗ ਰਿਹਾ ਕਿ ਹਾਂਜੀ ਗ੍ਰੇਟੈਸਟ ਵੈਲਿਊ ਆ ਰਹੀ ਆ, ਕਹਿੰਦੇ ਉਹਦੇ ਨਾਲ ਇਹਨੂੰ ਹਮੇਸ਼ਾ ਅਸੀਂ ਕੀ ਕਰ ਦਾਂਗੇ, ਇੰਟਰਚੇਂਜ। ਤਾਂ ਇਹ ਰੋਜ਼ ਨੂੰ ਇੰਟਰਚੇਂਜ ਕਰਨਾ। ਤਾਂ ਮੇਨ ਕੰਸੈਪਟ ਕੀ ਹੈ ਬੱਚੇ, ਕਹਿੰਦੇ ਉਹ ਰੋ ਜਿਹਦੇ ਵਿੱਚ ਜਿਹੜਾ ਸਾਡੇ ਐਬਸਲੂਟ ਵੈਲਿਊ ਹਾਇਰ ਹੋਏਗੀ, ਸਭ ਤੋਂ ਹਾਈ ਹੋਏਗੀ, ਉਹਨੂੰ ਅਸੀਂ ਨੇ ਪਾਈਵਟ ਐਲੀਮੈਂਟ ਦੇ ਵਿੱਚ ਕਨਵਰਟ ਕਰ ਦੇਣਾ। ਦੋਹਾਂ ਨੂੰ ਕੀ ਕਰ ਲੈਣਾ, ਅਸੀਂ ਨੇ ਇੰਟਰਚੇਂਜ ਕਰ ਲੈਣਾ। ਤਾਂ ਉਹਨੂੰ ਕੀ ਬੋਲਦੇ ਹਾਂ ਅਸੀਂ, ਪਾਰਸ਼ੀਅਲ ਪਾਈਵਟਿੰਗ ਬੋਲਦੇ ਹਾਂ। ਅੱਗੇ ਤੁਸੀਂ ਇਹਦੀ ਥਿਊਰੀ ਵਿੱਚ ਲਿਖੀ ਹੋਈ ਆ, ਤੁਸੀਂ ਸਕਰੀਨਸ਼ਾਟ ਲੈ ਲਿਓ ਜਾਂ ਫਿਰ ਤੁਸੀਂ ਇਹਨੂੰ ਪੜ੍ਹ ਸਕਦੇ ਹੋ। ਜੋ ਵੀ ਲਾਈਨਸ ਤੁਹਾਡੇ ਯਾਦ ਰਹਿਣਗੀਆਂ ਤੁਸੀਂ ਲਿਖ ਸਕਦੇ ਹੋ। ਅੱਗੇ ਮੇਨ ਜਿਹੜਾ ਸ਼ਾਰਟ ਕੁਐਸਚਨ ਆਇਆ ਸੀਗਾ, ਪ੍ਰੂਵ ਕਰਨਾ ਸੀਗਾ del = E del। ਬੱਚੇ ਦੇਖੋ ਇਹਦੇ ਵਿੱਚ ਸਾਡੇ ਕੋਲ ਬਹੁਤ ਹੀ ਇੰਪੋਰਟੈਂਟ ਕੰਸੈਪਟ ਬਣਦਾ। ਦੇਖੋ ਇਹਦੇ ਵਿੱਚ ਇਹ ਦਿੱਤਾ ਹੋਇਆ, ਇਹ ਤੋਂ ਬਿਨਾਂ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਇੱਕ ਤੁਹਾਨੂੰ ਬੁੱਕ ਦੇ ਵਿੱਚ ਮਿਲੇਗਾ ਕਿਤੇ ਰਿਲੇਸ਼ਨਸ਼ਿਪ ਬਿਟਵੀਨ ਫਾਈਨਾਈਟ ਡਿਫਰੈਂਸ ਆਪਰੇਟਰ, ਕਿਤੇ ਇੱਕ ਟਾਈਟਲ ਦਿੱਤਾ ਹੋਏਗਾ ਡਿਫਰੈਂਸ ਬਿਟਵੀਨ ਫਾਈਨਾਈਟ ਡਿਫਰੈਂਸ ਆਪਰੇਟਰਸ। 4 ਫਾਰਮੂਲੇ ਨੇ ਬੱਚੇ, ਤੁਸੀਂ 4 ਚੰਗੀ ਤਰ੍ਹਾਂ ਲਰਨ ਕਰਕੇ ਜਾਣੇ ਨੇ। ਉਸ ਤੋਂ ਬਾਅਦ ਜੇ ਤੁਸੀਂ ਸਪੈਕਟਰਮ ਦੀ ਬੁੱਕ ਯੂਜ਼ ਕਰ ਰਹੇ ਹੋ ਤਾਂ ਉਹਦੇ ਪੇਜ ਨੰਬਰ 169 'ਤੇ ਇੱਕ ਐਗਜ਼ਾਮਪਲ ਨੰਬਰ 16 ਹੋਏਗੀ, 13 ਹੋਏਗੀ। ਉਹਦੇ ਵਿੱਚ ਜਿਹੜੇ ਪਾਰਟਸ ਬਣਾ ਕੇ ਐਗਜ਼ਾਮਪਲ ਆ ਉਹ ਸਾਰੇ ਪਾਰਟਸ ਕਰਕੇ ਜਾਣੇ ਨੇ ਬੱਚੇ। ਜੇ ਤੁਹਾਨੂੰ ਉਹ ਪਾਰਟਸ ਨਹੀਂ ਤਾਂ ਉਹਦੇ ਨਾਲ ਸਿਮਿਲਰ ਪਾਰਟ ਕੋਈ ਵੀ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲ ਸਕਦਾ, ਕਿਉਂਕਿ ਉਹ ਬਹੁਤ ਹੀ ਇੰਪੋਰਟੈਂਟ ਕੰਸੈਪਟ ਹੁੰਦਾ ਸ਼ਾਰਟ ਦੇ ਲਈ, ਡਿਫਰੈਂਸ ਬਿਟਵੀਨ ਫਾਈਨਾਈਟ ਡਿਫਰੈਂਸ
ऑपरेटर। हुण इहनूं देखो कि असीं किवें सॉल्व करना सीगा, कहंदे del इज इक्वल टू ई, बच्चे इत्थे आ वाला किहनूं शो कर रहा फॉरवर्ड डिफरेंस नूं, ई किहनूं शो कर रहा शिफ्ट ऑपरेटर नूं। इस तो बैटर बच्चे हाँ जी शिफ्ट ऑपरेटर ते एवरेज ऑपरेटर दोहां दी डेफिनेशन भी तुसीं जरूर कर लेनी है कि शिफ्ट ऑपरेटर की हुंदा ते एवरेज ऑपरेटर की हुंदा, ये चीज़ प्रूव करनी। देखो जे हुण मैं तुहानूं कहा कि वो फाइनाइट रिलेशन आउंदे ने तां तुसीं ईजीली इहनूं कर सकदे हो। कहंदे जिहड़ा फॉरवर्ड डिफरेंस हुंदा ਉਹਦੇ ਨਾਲ शिफ्ट ऑपरेटर ਦਾ रिलेशन की ਹੁੰਦਾ कि ਅਸੀਂ ਉਹਨੂੰ लिख सकते हैं 1 माइनस ई ਦੀ ਇਨਵਰਸ, ਤਾਂ ਇਹਨੂੰ ਅਸੀਂ 1 ਮਾਈਨਸ ਈ ਦਾ ਇਨਵਰਸ, ਅੱਗੇ ਈ ਨੂੰ ਅੰਦਰ ਪ੍ਰੋਡਕਟ ਕੀਤੀ ਈ ਮਾਈਨਸ ਈ ਦਾ ਇਨਵਰਸ ਆ ਗਿਆ। ਜਦੋਂ ਕਿਸੇ ਚੀਜ਼ ਨੂੰ ਉਹਦੇ ਨਾਲ ਇਨਵਰਸ ਨਾਲ ਪ੍ਰੋਡਕਟ ਕਰੋਗੇ ਆਂਸਰ ਕਿੰਨਾ ਆ ਜਾਏਗਾ 1 ਈ ਮਾਈਨਸ 1। ਅਗੇਨ ਦੇਖੋ ਜਦੋਂ ਉਹਦੇ ਰਿਲੇਸ਼ਨ ਤੋਂ ਚੈੱਕ ਕਰੋਗੇ ਤਾਂ ਇਹ ਕਿਹਦੇ ਇਕੁਅਲ ਹੁੰਦਾ ਫॉरवर्ड डिफरेंस ਦੇ ਇਕੁਅਲ ਹੁੰਦਾ। ਸੋ ਸਾਡਾ ਰਿਜ਼ਲਟ ਹੈ ਜਿਹੜਾ ਉਹ प्रूफ हो गया। नैक्सट बच्चे अगला क्वेश्चन आया सीगा, कहते फाइंड करो फॉरवर्ड डिफरेंस ऑफ x प्लस 1 x प्लस 2। पॉलीनोमियल के फॉर्म च बच्चे इहदा फॉरवर्ड डिफरेंस करना। देखो फॉरवर्ड डिफरेंस साडे कोल की हुंदा सिंपली जिमें भी साडे कोल कोई फंक्शन है एफ एक्स डेल, इहदा असीं फॉरवर्ड डिफरेंस फाइंड आउट करना। तो असीं की कहने कहंदे इस पॉइंट चो इहदे पिछ इस तो एक अगले पॉइंट चो इस वैल्यू नूं की कर देने असीं माइनस कर देने। सो आर प्लस 1 माइनस ऑफ एफ आर। देख इहदे विच ये नहीं है करना कि पहला असीं प्रोडक्ट करिए, बच्चे तुसीं प्रोडक्ट करके ओपन करके भी कर सकते हो, सिंपली असीं इस तरह भी फाइंड कर सकते हैं। जिमें एक्स दे विच की चाहिए सानूं इंक्रीमेंट ही चाहिए, जिथे जिथे एक्स आ पहले एक बार प्लस 1 कर दो माइनस एफ ऑफ एक्स सिंपल टर्म आ जी उन्होंने की कर देंगे माइनस कर देंगे। सो यदा सोल्यूशन क्या आ जाएगा, कहते इहदा फॉरवर्ड डिफरेंस किहदे इक्वल होएगा एक्स प्लस 1 एक्स प्लस 2 प्लस 1 माइनस जी टर्म आ उन्होंने एज इट इज़ माइनस कर देंगे। हुण देखो अगे जो सॉल्व किया बन गया एक्स प्लस 2 एक्स प्लस 3 माइनस एक्स प्लस 1 एक्स प्लस 2। एक्स प्लस 2 कॉमन निकल रहा, अंदर जो टर्म्स बचे उन्होंने सॉल्व कर लोगे, सानू साडा आंसर है जोड़ा मिल जाएगा। नैक्सट क्वेश्चन सीगा बच्चे स्टेट एविडेंस फॉर्मूला। एविडेंस फॉर्मूला सी ने स्टेट करना। देखो अगेन जेडे सानू शॉर्ट क्वेश्चन मिलते हैं बच्चे, क्योंकि हुण न्यूमेरिकल मैथड जी बुक आ उहदे विच जिहड़े क्वेश्चनस ने बहुत लेंथी चले जाते हैं। आइटरेशन मैथड्स नाल हो गया, चाहे साडे कोल फॉरवर्ड बैकवर्ड डिफरेंस हो गया, गॉस फॉरवर्ड गॉस बैकवर्ड हो गए, तो ये जिहड़े शॉर्ट क्वेश्चन ने वो ज़्यादा तुहानूं मेन इहदे रिलेशनस तो मिलणगे, जां किसी मैथड की डेफिनेशन हो सकती है, मैरिट डीमैरिट्स हो सकदियां ने, जां फिर तुहानूं हल्के फुल्के उन्हां दे फॉर्मूले पूछे जाणगे। एवरेज फॉर्मूला की है जी, जां फिर साडे कोल लैंगरेज फॉर्मूला की है वो भी इंपॉर्टेंट बनता, उहदी स्टेटमेंट लिखो। तो यह जे फॉर्मूले की स्टेटमेंट हुण देखो ये तुहाडा कंसैप्ट थोड़ा तुहाडे लई हैडेक, क्योंकि तुसीं ये लॉन्ग दे लई करने ने बच्चे फॉर्मूले, तो शॉर्ट दे लई उन्हां नूं ईजी लिख सकते हो। की कहते बच्चे कहते हैं मैथड ऑफ राइटिंग इंटरपोलेशन पॉलीनोमियल ऑबटेन्ड फ्रॉम अ गॉस इंटरपोलेशन फॉर्मूला। कहते कोई एक पॉलीनोमियल सानूं मिलती है किस तो गॉस इंटरपोलेशन फॉर्मूला तो फॉरवर्ड डिफरेंस अप्लाई करन तो बाद फिर उन्होंने असीं बोल देना एवरेज फॉर्मूला। उस तो बाद बच्चे एवरेज फॉर्मूला लिख देना। देखो ये नहीं है कि सीधा तुसीं फॉर्मूला लिखा है तो तुसीं एक्सैप्ट तुसीं सोचते हो कि सानूं 2 मार्क्स मिल जाएंगे। बच्चे जे कल स्टेटमेंट लिखोगे तो सानूं 1 मार्क मिल सकता। हुण थोड़ी मोटी उहदी इंट्रो तो दसोगे कि हाँ जी ये फार्मूला गॉस जिहड़ा इंटरपोलेशन फार्मूला वो तो बनिया सीगा, वो तो बनी एक पॉलीनोमियल आ जिहड़ी फॉरवर्ड इंटरपोलेशन अप्लाई करन तो बाद साडे कोल बनी है। तो इस तो बिना इहनूं की बोलिया जांदा लैपलास एवरेज फॉर्मूला भी बोलिया जांदा। नैक्सट है बच्चे साडे कोल लास्ट क्वेश्चन डिफाइन सेंटर डिफरेंस विद एग्जाम्पल। कहते असीं सेंटर डिफरेंस नूं एक्सप्लेन करना कि सेंटर डिफरेंस की हुंदा। कहते सेंटर डिफरेंस कैलकुलेटेड बाय सबट्रैक्टिंग द वैल्यू ऑफ अ फंक्शन एफ एक्स व्हेन एक्स इज डिक्रीज बाय अ गिवन अमाउंट एक्स, द वैल्यू ऑफ एक्स व्हेन इट इज इंक्रीज बाय अ सेम अमाउंट कंपेयर टू द बैकवर्ड डिफरेंस एंड फॉरवर्ड डिफरेंस। बच्चे तुसीं देखिया होगा कि सेंट्रल डिफरेंस साडे कोल की हुंदा, असीं इहनूं डेल दे नाल शो करदे हां। किवें इहदी वैल्यू हुंदी आ, कहते जिमें डेल लिखा जाता बच्चे उन्होंने जिमें साडे कोल एफ एक्स प्लस 1/2 मतलब कि हाफ असी एवरेज की तरह नहीं करते बच्चे कि साडे कोल जिहड़ा सेंटर की हुंदा दो जणियां दी एवरेज डिवाइड बाय 2 उस तरह सेंट्रल डिफरेंस हुंदा। कहते सेंट्रल डिफरेंस असी सेंटर तो वैसे बच्चे नूं कड्ढण दे लई कोई सैपरेट असी वो नहीं यूज़ करते कि हाँ जी इहनूं असी दूसरे तरीके नाल करना, सेंटर तो स्टार्ट करना। बस इसदी नेमिंग ते कि सानूं सेंटर असी ने किवें फाइंड करना। जिवें सानूं क्या होवे कहंदा डेल 1/2 फाइंड करना, आ साडे कोल की हो गया सेंट्रल। तो असी इहदे लई की करांगे y1 माइनस y0 यही फॉर्मूला लगावांगे। जिवें हुण सानूं 2 टर्म्स देतियां y0 की वैल्यू उस तो बाद y1 कुछ टेबल मान लो बच्चे एग्जाम्पल लैने सानू एक वैल्यू एक टेबल देता x0
ਤੇ x ਦੀਆਂ ਵੈਲਿਊਜ਼ ਇੱਥੇ y ਦੀਆਂ, ਇੱਥੇ ਹੈਗਾ 1 2 3, ਇੱਧਰ ਹੈਗਾ 5 6 7, ਆ ਹੋ ਗਿਆ ਸਾਡਾ y0, ਆ ਹੋ ਗਿਆ y1, ਆ ਹੋ ਗਿਆ y2। ਸਾਨੂੰ ਕਿਹਾ ਹੋਇਆ del 1/2 ਦੀ ਵੈਲਿਊ ਫਾਈਂਡ ਕਰਕੇ ਦਿਓ, ਤਾਂ ਉਹ ਕੀ ਹੁੰਦੀ ਹੈ del 1 ਮਾਈਨਸ 0, ਤਾਂ ਇਸਦਾ ਮਤਲਬ ਕਿੰਨੀ ਆ ਜਾਏਗੀ 6 - 5 = 1। ਬਸ ਕਰਨਾ ਕੁਛ ਨਹੀਂ, ਬਸ ਇਸਦੇ ਸਿੰਬਲ ਦੇ ਵਿੱਚ ਫਰਕ ਪੈ ਗਿਆ ਬੱਚੇ ਕਿ del ਦੀ ਫਾਰਮ ਦੇ ਵਿੱਚ ਇਹਨੂੰ ਲਿਖਿਆ ਜਾਏਗਾ। ਇਹ ਕੀ ਹੁੰਦਾ ਸਾਡੇ ਕੋਲ ਸੈਂਟਰਲ ਡਿਫਰੈਂਸ। ਇਹ ਸੀਗਾ ਬੱਚੇ ਮਈ 2019 ਦੇ ਵਿੱਚ ਨੂਮੈਰੀਕਲ ਮੈਥਡ ਦੇ ਵਿੱਚ ਆਏ ਸ਼ਾਰਟ ਕੁਐਸਚਨ। ਇਸ ਤੋਂ ਬਿਨਾਂ ਹੁਣ ਤੁਹਾਡਾ ਜਿਹੜਾ ਐਰਰ ਦਾ ਕੰਸੈਪਟ ਵਿੱਚ ਇਸ ਵਾਰੀ ਐਡ ਹੋਇਆ, ਤਾਂ ਤੁਸੀਂ ਐਰਰ ਦੇ ਵਿੱਚੋਂ ਵੀ ਸ਼ਾਰਟ ਕੁਐਸਚਨਸ ਕਰ ਸਕਦੇ ਹੋ। ਜਿਵੇਂ ਐਰਰ ਕੀ ਹੁੰਦੀਆਂ ਨੇ, ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਨੇ, ਸਾਡੇ ਕੋਲ ਐਬਸੋਲਿਊਟ ਐਰਰ ਹੁੰਦੀ ਆ, ਜਾਂ ਫਿਰ ਅੱਗੇ ਸਿਗਨੀਫੀਕੈਂਟ ਫਿਗਰਸ ਕਿਹੜੀਆਂ ਹੁੰਦੀਆਂ ਨੇ, ਜਾਂ ਫਿਰ ਰਾਊਂਡ ਆਫ ਐਰਰਸ ਕਿਹੜੀਆਂ ਹੁੰਦੀਆਂ ਨੇ, ਕ੍ਰੌਪਿੰਗ ਕੀ ਹੁੰਦੀ ਆ, ਸਾਡੇ ਕੋਲ ਪਰਸੈਂਟੇਜ ਐਰਰ ਕੀ ਹੁੰਦੀ ਆ, ਰਿਲੇਟਿਵ ਐਰਰ ਕੀ ਹੁੰਦੀ ਆ, ਸ਼ਾਰਟ ਨੋਟ ਉਹਨਾਂ 'ਤੇ ਵੀ ਸਾਡੇ ਕੋਲ ਸ਼ਾਰਟ ਦੇ ਲਈ ਅਸੀਂ ਪ੍ਰਿਪੇਅਰ ਕਰ ਸਕਦੇ ਹਾਂ। ਥੈਂਕ ਯੂ ਫॉर ਵਾਚਿੰਗ।